ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਬੀਬੀ ਬਲਜਿੰਦਰ ਕੌਰ ਜੀ ਦਾ ਇੱਕ ਬਿਆਨ ਪਿਛਲੇ ਦਿਨੀ ਸਾਹਮਣੇ ਆਇਆ ਹੈ। ਉਸ ਦੇ ਬਾਰੇ ਸੋਸ਼ਲ ਮੀਡੀਆ 'ਤੇ ਜਾਂ ਪੰਜਾਬ ਦੀ ਸਿਆਸਤ ਵਿੱਚ ਵੈਸੇ ਕਾਫੀ ਤਿੱਖੀ ਚਰਚਾ ਚੱਲ ਰਹੀ ਹੈ। ਸੋਸ਼ਲ ਮੀਡੀਆ 'ਤੇ ਕੁਝ ਤੱਤੇ ਸੁਭਾਅ ਵਾਲੇ ਨੌਜਵਾਨ ਜਾਂ ਹੋਰ ਜਿਹੜੇ ਸੱਜਣ ਹਨ ਬੀਬੀ ਜੀ ਦੇ ਖਿਲਾਫ ਕਾਫੀ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ ਜਾਂ ਉਹਨਾਂ ਦੇ ਬਾਰੇ ਕਈ ਥਾਵਾਂ 'ਤੇ ਤਾਂ ਕਾਫੀ ਜ਼ਿਆਦਾ ਤਿੱਖੀਆਂ ਟਿੱਪਣੀਆਂ ਹੋ ਰਹੀਆਂ ਨੇ। ਸੋ ਬੀਬੀ ਜੀ ਦੇ ਬਿਆਨ ਬਾਰੇ ਕਾਫੀ ਸਾਰੇ ਜਿਹੜੇ ਵਿਚਾਰ ਆ ਉਹਨਾਂ ਦੇ ਵਿਰੋਧ ਵਿੱਚ ਜਿੱਦਾਂ ਜ਼ਿਆਦਾ ਆ ਰਹੇ ਆ, ਕਾਫੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਅਸੀਂ ਇੱਕ ਤਾਂ ਸਮਝਦੇ ਹੈਗੇ ਹਾਂ ਵੀ ਖਾਲਸਾ ਪੰਥ ਨੂੰ ਆਪਣੀਆਂ ਜਿਹੜੀਆਂ ਸੰਜੀਦਗੀ ਵਾਲੀਆਂ ਰਵਾਇਤਾਂ ਨੇ ਜਾਂ ਜਿਹੜਾ ਸੱਭਿਅਕ ਢੰਗ ਨਾਲ ਰਿਐਕਟ ਕਰਨ ਦਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਹੈ, ਆਪਾਂ ਨੂੰ ਇੱਕ ਤਾਂ ਉਹ ਨਹੀਂ ਛੱਡਣਾ ਚਾਹੀਦਾ। ਸੋ ਅਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਸਾਰੇ ਵੀਰਾਂ ਭੈਣਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਕਿਸੇ ਵੀ ਮਸਲੇ ਬਾਰੇ ਤਿੱਖੀਆਂ ਅਤੇ ਆਪਣੇ ਜਿਹੜਾ ਇੱਕ ਤਰ੍ਹਾਂ ਨਾਲ ਕਿਰਦਾਰ ਹੈ ਸਿੱਖਾਂ ਦਾ, ਉਹ ਤੋਂ ਨੀਵੀਆਂ ਟਿੱਪਣੀਆਂ ਨਾ ਕਰਿਆ ਕਰਨ। ਸੋ ਸਾਰੇ ਮਸਲਿਆਂ ਨੂੰ ਆਪਾਂ ਨੂੰ ਲੋੜ ਹੈਗੀ ਆ ਵੀ ਸਮੁੱਚਤਾ ਵਿੱਚ ਸਮਝਣ ਦੀ, ਉਹਦੇ ਸਿਧਾਂਤਕ ਪੱਖਾਂ ਨੂੰ ਸਮਝਣ ਦੀ ਕਿ ਕਿਸ ਸੰਦਰਭ ਵਿੱਚੋਂ ਉਹ ਬੀਬੀ ਜੀ ਦੀਆਂ ਟਿੱਪਣੀਆਂ ਆਈਆਂ ਨੇ। ਬੀਬੀ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ 6 ਜੂਨ ਨੂੰ, ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਆਪਣਾ ਰਿਐਕਸ਼ਨ ਦਿੱਤਾ ਹੈ ਔਰ ਰਿਐਕਸ਼ਨ ਦੇਣ ਦੇ ਨਾਲ ਫਿਰ ਉਹ ਇੱਥੋਂ ਤੱਕ ਚਲੇ ਗਏ ਹਨ ਕਿ ਇੱਕ ਤਰ੍ਹਾਂ ਨਾਲ ਆਪਣੇ ਪਰਿਵਾਰ ਨਾਲੋਂ ਵੀ ਨਾਤਾ ਤੋੜਦੇ ਨਜ਼ਰ ਆ ਰਹੇ ਹਨ। ਅਤੇ ਉਹਨਾਂ ਨੇ ਇਹ ਆਖਿਆ ਹੈ ਆਪਣੇ ਬਿਆਨ ਵਿੱਚ ਵੀ ਜੇ ਮੈਂ ਇਸ ਪਰਿਵਾਰ ਵਿੱਚ ਪੈਦਾ ਹੋਈ ਹਾਂ ਜਿਸ ਨੇ ਪਿਛਲੇ ਸਮੇਂ ਦੌਰਾਨ ਖਾਲਸਾ ਪੰਥ ਦੀਆਂ ਰਵਾਇਤਾਂ 'ਤੇ ਚੱਲਦਿਆਂ ਕੁਛ ਸਿਆਸੀ ਅਤੇ ਹੋਰ ਖਾੜਕੂ ਸਰਗਰਮੀਆਂ ਕੀਤੀਆਂ ਹਨ, ਤਾਂ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ। ਸੋ ਜਿਹੜੇ ਤਿੱਖੀ ਟਿੱਪਣੀਆਂ ਕਰਨ ਵਾਲੇ ਲੋਕ ਨੇ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਮਸਲਿਆਂ ਦੇ ਸਿਧਾਂਤਕ ਸੰਦਰਭਾਂ ਨੂੰ ਸਮਝ ਕੇ ਹੀ ਸਾਨੂੰ ਸਮੁੱਚੇ ਮਸਲੇ ਦੀ ਸਮਝ ਆ ਸਕਦੀ ਹੈ। ਸੋ ਬੀਬੀ ਜੀ ਨੇ ਜੋ ਆਖਿਆ ਹੈ ਉਹ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਕੋਈ ਆਪਣੀ ਨਿੱਜੀ ਗਲਤੀ ਨਹੀਂ ਹੈ। ਬੀਬੀ ਜੀ ਜਿਸ ਸਿਸਟਮ ਵਿੱਚ ਵਿਚਰ ਰਹੇ ਹਨ ਉਹ ਸਿਸਟਮ ਇਹੋ ਜਿਹੇ ਲੋਕ ਹੀ ਪੈਦਾ ਕਰਦਾ ਹੈ। ਜਦੋਂ ਇੱਕ ਆਮ ਘਰ 'ਚੋਂ ਆਇਆ ਹੋਇਆ ਆਮ ਵਿਅਕਤੀ ਆਪਣੇ ਹੀ ਆਮ ਲੋਕਾਂ ਦੀਆਂ ਵੋਟਾਂ ਲੈ ਕੇ ਖਾਸ ਬਣ ਜਾਂਦਾ ਹੈ ਤਾਂ ਸਿਸਟਮ ਉਹਨੂੰ ਉਹਨਾਂ ਆਮ ਲੋਕਾਂ ਨਾਲੋਂ ਤੋੜ ਦਿੰਦਾ ਹੈ, ਉਹ ਡਿਟੈਚ ਹੋ ਜਾਂਦਾ ਹੈ। ਸਿਰਫ ਆਪਣੇ ਵੋਟਰਾਂ ਤੋਂ ਹੀ ਡਿਟੈਚ ਨਹੀਂ ਹੁੰਦਾ, ਆਪਣੀ ਮਾਂ ਧਰਤੀ ਤੋਂ ਵੀ ਟੁੱਟ ਜਾਂਦਾ ਹੈ, ਆਪਣੀ ਕੌਮ ਤੋਂ ਵੀ ਟੁੱਟ ਜਾਂਦਾ ਹੈ ਜਾਂ ਆਪਣੇ ਸਾਕ ਸੰਬੰਧੀਆਂ ਤੋਂ ਵੀ ਟੁੱਟ ਜਾਂਦਾ ਹੈ। ਸੋ ਇਹ ਸਿਸਟਮ ਦੀਆਂ ਗਲਤੀਆਂ ਨੇ ਜਾਂ ਸਿਸਟਮ ਦਾ ਇਸ ਤਰ੍ਹਾਂ ਦਾ ਇੱਕ ਸਾਰਾ ਚੱਕਰ ਹੈ ਜਿਹਦੇ ਵਿੱਚ ਫਸ ਕੇ ਮਨੁੱਖ ਆਪਣੀ ਮਨੁੱਖੀ ਹੋਂਦ ਨੂੰ ਜਾਂ ਆਪਣੀ ਕੌਮ ਨਾਲ ਆਪਣੀ ਨੇੜਤਾ ਨੂੰ, ਆਪਣੀ ਕੌਮ ਨਾਲ ਆਪਣੇ ਰਿਸ਼ਤੇ ਨੂੰ ਵੀ ਤੋੜ ਬਹਿੰਦਾ ਹੈ। ਈਵਨ ਇੱਥੋਂ ਤੱਕ ਕਿ ਆਪਣੇ ਬਾਇਓਲੋਜੀਕਲ ਪਰਿਵਾਰ ਨਾਲ ਵੀ ਆਪਣੇ ਰਿਸ਼ਤੇ ਨੂੰ ਤੋੜ ਬਹਿੰਦਾ ਹੈ, ਜਿਸ ਦਾ ਕਿ ਅਸੀਂ ਸਾਰਾ ਇੱਕ ਮੰਜ਼ਰ ਹੈ ਜਿਹੜਾ ਉਹ ਦੇਖ ਰਹੇ ਹਾਂ, ਜਿਸ ਤਰ੍ਹਾਂ ਬੀਬੀ ਜੀ ਨੇ ਆਖਿਆ ਹੈ ਆਪਣੇ ਪਰਿਵਾਰ ਬਾਰੇ। ਸੋ ਤਿੱਖੀਆਂ ਟਿੱਪਣੀਆਂ ਕਰਨ ਵਾਲੇ ਵੀਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਬਈ ਉਸ ਮਸਲੇ ਦੀ ਸਮੁੱਚੀ ਸਿਧਾਂਤਕ ਪਰਿਪੇਖ ਨੂੰ ਸਮਝਣ ਕਿ ਜਿਹੜਾ ਇਹ ਸਿਸਟਮ ਵਿੱਚ ਉਹ ਵਿਚਰ ਰਹੇ ਆ, ਜਿਹੜੇ ਵੀ ਵਿਚਰਨਾ ਚਾਹੁੰਦੇ ਨੇ, ਉਹ ਇਸ ਤਰ੍ਹਾਂ ਦੀ ਮਾਨਸਿਕ ਗੁਲਾਮੀ ਦੀ ਮੰਗ ਕਰਦਾ ਹੈ। ਸੋ ਜਿਨ੍ਹਾਂ ਲੋਕਾਂ ਨੇ ਵੀ ਵੋਟਾਂ ਰਾਹੀਂ ਵੋਟਾਂ ਵਾਲੇ ਚੱਕਰ 'ਚ ਪੈ ਕੇ ਜਾਂ ਇਲੈਕਸ਼ਨ ਸਿਸਟਮ ਵਿੱਚ ਪੈ ਕੇ ਜਾਂ ਉਸ ਕਿਸਮ ਦੇ ਇੱਕ ਤਰ੍ਹਾਂ ਨਾਲ ਗੈਰ ਮਨੁੱਖੀ, ਜਿਹੜਾ ਆਪਾਂ ਕਹਿ ਸਕਦੇ ਹਾਂ ਗੈਰ ਮਨੁੱਖੀ ਇਸ ਕਰਕੇ ਆ ਵੀ ਇਹ ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਨਹੀਂ ਹੈ ਜਿਹੜਾ ਚੋਣਾਂ ਦਾ ਸਿਸਟਮ ਹੈ। ਸੋ ਖਾਲਸਾ ਪੰਥ ਦੀਆਂ ਰਵਾਇਤਾਂ ਵਿੱਚ ਸੱਚੇ ਸੁੱਚੇ, ਤਿਆਗ ਵਾਲੇ, ਦਿਆਲੂ ਅਤੇ ਸੇਵਾ ਸਿਮਰਨ ਕਰਨ ਵਾਲੇ ਲੋਕਾਂ ਦੀ ਚੋਣ ਕੀਤੀ ਜਾਂਦੀ ਸੀ ਔਰ ਉਹ ਇਸੇ ਕਰਕੇ ਸੀ ਵੀ ਜਦੋਂ ਲੋੜ ਪਵੇ ਤਾਂ ਉਹ ਤਿਆਗ ਦੀ ਭਾਵਨਾ ਵਾਲੇ, ਸੇਵਾ ਸਿਮਰਨ ਵਾਲੇ ਅਤੇ ਗੁਰੂ ਸਾਹਿਬ ਦੇ ਆਦੇਸ਼ਾਂ ਅਨੁਸਾਰ ਆਪਣਾ ਜੀਵਨ ਜਿਉਣ ਵਾਲੇ ਜਿਹੜੇ ਲੋਕ ਨੇ, ਜਦੋਂ ਲੋੜ ਪਵੇ ਉਹ ਆਪਣੇ ਅਹੁਦਿਆਂ ਨੂੰ ਲੱਤ ਮਾਰ ਕੇ ਆਪਣੀ ਕੌਮ ਨਾਲ ਖੜ੍ਹਨ ਜਾਂ ਆਪਣੇ ਲੋਕਾਂ ਨਾਲ ਖੜ੍ਹਨ। ਪਰ ਜਿਹੜਾ ਇਹ ਇਲੈਕਸ਼ਨਾਂ ਦਾ ਜਾਂ ਵੋਟਾਂ ਦਾ ਸਿਸਟਮ ਆ, ਜਿਹੜਾ ਕਰਪਟ ਪ੍ਰੈਕਟਿਸਿਸ ਨਾਲ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ, ਲੋਕਾਂ ਨੂੰ ਝੂਠੇ ਵਾਅਦੇ ਕੀਤੇ ਜਾਂਦੇ ਨੇ, ਬਹੁਤ ਕੁਛ ਹੈ ਜਿਹਦਾ ਆਪਾਂ ਇੱਥੇ ਜ਼ਿਕਰ ਨਹੀਂ ਕਰ ਸਕਦੇ ਵੀ ਉਸ ਢੰਗ ਨਾਲ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ ਅਤੇ ਉਸ ਸਿਸਟਮ ਨੂੰ ਜਿਹੜਾ ਮਜ਼ਬੂਤ ਕੀਤਾ ਜਾਂਦਾ ਹੈ। ਸੋ ਇਹ ਸਿਸਟਮ ਹੈ ਜਿਹੜਾ ਉਹ ਗੁਰੂ ਸਾਹਿਬਾਂ ਵੱਲੋਂ ਦਰਸਾਏ ਹੋਏ ਮਾਰਗ ਤੋਂ ਬਿਲਕੁਲ ਉਲਟ ਹੈ। ਗੁਰੂ ਸਾਹਿਬਾਂ ਦਾ ਜਿਹੜਾ ਮਾਰਗ ਸੀਗਾ ਉਹਦੇ ਵਿੱਚ ਸਰਵਿਸ ਐਂਡ ਸੈਕਰੀਫਾਈਸ, ਸੇਵਾ ਅਤੇ ਤਿਆਗ ਸੀ।
ਜਿਹੜਾ ਇਹ ਚੋਣਾਂ ਵਾਲਾ ਸਿਸਟਮ ਹੈ, ਇਹਦੇ ਵਿੱਚੋਂ ਸੇਵਾ ਵੀ ਮਨਫੀ ਹੋ ਜਾਂਦੀ ਹੈ ਤੇ ਤਿਆਗ ਵੀ ਮਨਫੀ ਹੋ ਜਾਂਦਾ ਹੈ। ਜਦੋਂ ਆਮ ਲੋਕਾਂ ਦੀਆਂ ਜਾਂ ਆਮ ਲੋਕਾਂ ਵਰਗਾ ਬਣ ਕੇ ਵੋਟਾਂ ਮੰਗਣ ਤੋਂ ਬਾਅਦ ਵਿਅਕਤੀ ਖਾਸ ਬਣ ਜਾਂਦਾ ਹੈ ਤਾਂ ਉਹਦੇ ਵਿੱਚੋਂ ਤਿਆਗ ਦੀ ਭਾਵਨਾ ਖਤਮ ਹੋ ਜਾਂਦੀ ਹੈ, ਉਹ ਫਿਰ ਖਾਸ ਬਣ ਜਾਂਦਾ ਹੈ। ਸੋ ਖਾਸ ਲੋਕਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਖਾਸ ਲੋਕਾਂ ਵਾਲੀਆਂ ਹੋ ਜਾਂਦੀਆਂ ਨੇ, ਫਿਰ ਉਹ ਇੱਕ ਹੋਰ ਘੇਰੇ ਵਿੱਚ ਚਲਿਆ ਜਾਂਦਾ ਹੈ। ਉਹ ਆਪਣੇ ਤੋਂ ਵੱਧ ਅਮੀਰਾਂ ਦੇ ਘੇਰੇ ਵਿੱਚ, ਆਪਣੇ ਤੋਂ ਵੱਧ ਕਰਪਟ ਲੋਕਾਂ ਦੇ ਘੇਰੇ ਵਿੱਚ ਚਲਿਆ ਜਾਂਦਾ ਹੈ ਤੇ ਫਿਰ ਉਸ ਚੱਕਰ 'ਚੋਂ ਉਹ ਸਾਰੀ ਉਮਰ ਆਪਣੀ ਨਿੱਜੀ ਗੱਦੀ ਬਚਾਉਣ ਦੇ ਚੱਕਰ ਵਿੱਚ ਹੀ ਰਹਿੰਦਾ ਹੈ। ਸੋ ਜਦੋਂ ਹੁਣ ਬੀਬੀ ਜੀ ਦੇ ਬਿਆਨ ਵਿੱਚ ਇਹ ਆਇਆ ਹੈ ਵੀ ਮੈਨੂੰ 1.5 ਲੱਖ ਲੋਕਾਂ ਨੇ ਚੁਣਿਆ ਹੈ ਤੇ ਮੈਂ ਉਹਨਾਂ ਨੂੰ ਜਵਾਬਦੇਹ ਹਾਂ, ਤੇ ਜਾਂ ਜਿਹੜੀ ਡਿਟੈਚਮੈਂਟ ਹੋ ਰਹੀ ਹੈ ਪੰਜਾਬ ਦੇ ਮਸਲਿਆਂ ਨਾਲੋਂ, ਸੋ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਬਾਰੇ ਉਹਨਾਂ ਦੇ ਵੱਖਰੇ ਵਿਚਾਰ ਹੋ ਸਕਦੇ ਸੀ, ਉਹ ਵਿਚਾਰ ਰੱਖਣ ਦਾ ਸਾਰਿਆਂ ਨੂੰ ਜਮਹੂਰੀ ਢੰਗ ਨਾਲ ਹੱਕ ਹੈ। ਪਰ ਜਿਸ ਤਰ੍ਹਾਂ ਸਮੁੱਚੇ ਤੌਰ 'ਤੇ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਜਾਂ ਪੰਜਾਬ ਦੇ ਸੰਘਰਸ਼ ਨੂੰ ਨਕਾਰਨਾ ਜਾਂ ਉਸ ਸੰਘਰਸ਼ ਦੀ ਹੋਂਦ ਨੂੰ ਨਕਾਰਨਾ ਜਾਂ ਆਪਣੀ ਕੌਮ ਨਾਲ ਆਪਣੇ ਰਿਸ਼ਤੇ ਨੂੰ ਜੋ ਨਕਾਰਨਾ ਹੈ, ਉਹ ਜਿਹੜੀਆਂ ਗੱਲਾਂ ਨੇ ਅਸੀਂ ਸਮਝਦੇ ਹਾਂ ਵੀ ਜਿਹੜਾ ਇਸ ਇਲੈਕਸ਼ਨ ਪੈਟਰਨ ਵਿੱਚ ਬੰਦਾ ਆਇਆ ਹੈ ਉਹਦੀਆਂ ਕਮਜ਼ੋਰੀਆਂ ਤੇ ਉਹਦੀਆਂ ਇੱਕ ਤਰ੍ਹਾਂ ਨਾਲ ਸੀਮਤਾਈਆਂ ਨੇ। ਸੋ ਜਿਹੜੇ ਲੋਕ ਇਹ ਸੋਚਦੇ ਨੇ, ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਦੀ ਇਹ ਰਾਏ ਹੈ ਵੀ ਅਸੀਂ ਪੰਜਾਬ ਵਿੱਚ ਇਲੈਕਸ਼ਨਾਂ ਲੜ ਕੇ ਕੋਈ ਤੀਜੀ ਧਿਰ ਖੜੀ ਕਰਕੇ ਜਾਂ ਇੱਕ ਤਰ੍ਹਾਂ ਨਾਲ ਇੱਕ ਚੰਗੇ ਲੋਕਾਂ ਨੂੰ ਅੱਗੇ ਲਿਆ ਕੇ ਪੰਜਾਬ ਦਾ ਕੋਈ ਸੁਧਾਰ ਕਰ ਸਕਦੇ ਹਾਂ ਜਾਂ ਸਿੱਖ ਮਸਲਿਆਂ ਦਾ ਕੋਈ ਸੁਧਾਰ ਕਰ ਸਕਦੇ ਹਾਂ ਜਾਂ ਸਿੱਖਾਂ ਦੇ ਜ਼ਖਮਾਂ 'ਤੇ ਕੋਈ ਮੱਲਮ ਲਾ ਸਕਦੇ ਹਾਂ। ਅਸੀਂ ਸਮਝਦੇ ਹਾਂ ਵੀ ਬੀਬੀ ਬਲਜਿੰਦਰ ਕੌਰ ਜੀ ਦੇ ਜਿਹੜਾ ਬਿਆਨਬਾਜ਼ੀ ਹੈ ਜਾਂ ਜੋ ਉਹਨਾਂ ਦੀਆਂ ਪਿਛਲੇ ਦਿਨਾਂ ਤੋਂ ਸਰਗਰਮੀਆਂ ਨੇ, ਉਹਨੇ ਇਹ ਦਰਸਾ ਦਿੱਤਾ ਹੈ ਵੀ ਪੰਜਾਬ ਵਿੱਚ ਇਲੈਕਸ਼ਨਾਂ ਲੜ ਕੇ ਤੁਸੀਂ ਨਾ ਸਿੱਖਾਂ ਨਾਲ ਇਨਸਾਫ ਕਰ ਸਕਦੇ ਹੋ, ਨਾ ਪੰਜਾਬ ਦੇ ਭਲੇ ਲਈ ਸੋਚ ਸਕਦੇ ਹੋ। ਇਹ ਸਿਸਟਮ ਹੈ ਜੋ ਨਿੱਕੇ ਨਿੱਕੇ ਪ੍ਰਕਾਸ਼ ਸਿੰਘ ਬਾਦਲ ਬਣਾਉਂਦਾ ਹੈ। ਸੋ ਪ੍ਰਕਾਸ਼ ਸਿੰਘ ਬਾਦਲ ਹੁਣ ਕੋਈ ਸ਼ਖਸੀਅਤ ਨਹੀਂ ਹਨ, ਉਹ ਇੱਕ ਵਰਤਾਰਾ ਬਣ ਗਏ ਹਨ। ਉਹਨਾਂ ਵਰਗੇ ਸੈਂਕੜੇ ਲੋਕ ਨੇ ਜੋ ਪੰਜਾਬ ਵਿੱਚ ਤੁਰ ਫਿਰ ਰਹੇ ਨੇ। ਸੋ ਇਹ ਸਿਸਟਮ ਜੋ ਇਲੈਕਸ਼ਨਾਂ ਰਾਹੀਂ ਤੁਹਾਨੂੰ ਅੱਗੇ ਲਿਆਉਂਦਾ ਹੈ, ਇਹਦੀ ਪਹਿਲੀ ਸ਼ਰਤ ਹੀ ਇਹ ਹੈ ਕਿ ਤੁਸੀਂ ਪੰਜਾਬ ਦੀ ਪਿੱਠ ਵਿੱਚ ਛੁਰੇ ਮਾਰਨੇ ਹਨ, ਵਾਰ-ਵਾਰ ਮਾਰਨੇ ਹਨ। ਸੋ ਕੋਈ ਲੁਕਵੇਂ ਰੂਪ ਵਿੱਚ ਮਾਰੀ ਜਾ ਰਿਹਾ ਹੈ, ਕੋਈ ਸਿੱਧੇ ਰੂਪ ਵਿੱਚ ਮਾਰੀ ਜਾ ਰਿਹਾ। ਸੋ ਗੱਲ ਇਸ ਘਟਨਾ ਚੱਕਰਾਂ ਨੂੰ ਸਮਝਣ ਦੀ ਹੈ ਵੀ ਉਹਦੇ ਸਿਧਾਂਤਕ ਪ੍ਰਪੇਖ ਇਹ ਹੀ ਨੇ ਵੀ ਜਿਹੜੀ ਵੋਟ ਰਾਜਨੀਤੀ ਹੈ ਉਹ ਤੁਹਾਨੂੰ ਆਪਣੀ ਧਰਤੀ ਨਾਲੋਂ ਤੋੜਦੀ ਹੈ, ਉਹਦੇ ਵਿੱਚ ਉਹ ਤੁਹਾਨੂੰ ਆਪਣੀ ਕੌਮੀਅਤ ਦੀਆਂ ਜੜ੍ਹਾਂ ਨਾਲੋਂ ਤੋੜਦੀ ਹੈ। ਸੋ ਇਹ ਵੀ ਦੇਖਿਆ ਜਾਣ ਵਾਲੀ ਗੱਲ ਹੈ ਕਿ ਜੋ ਬੀਬੀ ਜੀ ਨੇ ਆਖਿਆ ਹੈ ਜਾਂ ਜੋ ਕੁਝ ਪੰਜਾਬ ਦੇ ਰਾਜਸੀ ਨੇਤਾਵਾਂ ਨੇ ਪਿਛਲੇ 35-40 ਸਾਲਾਂ 'ਚੋਂ ਜੋ ਮੁਜ਼ਾਹਰਾ ਕੀਤਾ ਹੈ, ਉਹ ਇੱਕ ਤਰ੍ਹਾਂ ਨਾਲ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ। ਇਹ ਗਲੋਬਲ ਵਰਤਾਰਾ ਹੈ, ਸੰਸਾਰ ਵਿਆਪੀ ਵਰਤਾਰਾ ਹੈ। ਸੋ 1790 ਵਿੱਚ ਜਦੋਂ ਯਹੂਦੀਆਂ 'ਤੇ ਬਹੁਤ ਸਾਰਾ ਤਸ਼ੱਦਦ ਹੋਣ ਲੱਗਿਆ, ਬਹੁਤ ਸਾਰੇ ਮੁਲਕਾਂ ਵਿੱਚ ਤਸ਼ੱਦਦ ਹੋਣ ਲੱਗਿਆ, ਉਹ ਪਲਾਇਨ ਕਰਕੇ ਫਰਾਂਸ ਵੱਲ ਨੂੰ ਭੱਜੇ। ਫਰਾਂਸ ਵਿੱਚ ਵੱਡੀ ਗਿਣਤੀ ਵਿੱਚ 1790 ਵਿੱਚ ਯਹੂਦੀ ਆਏ। ਸੋ ਫਰਾਂਸ ਦੀ ਸਰਕਾਰ ਨੇ ਜਦੋਂ ਦੇਖਿਆ ਵੀ ਬਹੁਤ ਵੱਡੀ ਗਿਣਤੀ ਵਿੱਚ ਯਹੂਦੀ ਆ ਗਏ ਹਨ ਤਾਂ ਉਹਨਾਂ ਨੇ ਇੱਕ ਕਾਨੂੰਨ ਪਾਸ ਕਰਿਆ। ਉਸ ਕਾਨੂੰਨ ਤਹਿਤ ਆਖਿਆ ਗਿਆ ਕਿ ਫॉर Jews as individuals we have everything to offer but for Jews as a nation we have nothing to offer। ਉਹ ਕਹਿੰਦੇ ਵੀ ਜੇ ਤੁਸੀਂ ਆਪਣੇ ਲਈ ਕੁਝ ਲੈਣਾ ਹੈ, ਤੁਸੀਂ ਕੋਈ ਚੋਣ ਲੜਨੀ ਹੈ, ਕੋਈ MLA ਬਣਨਾ ਹੈ, ਕੋਈ ਕਾਉਂਸਲਰ ਬਣਨਾ ਹੈ, ਕੋਈ ਮੈਂਬਰ ਆਫ ਪਾਰਲੀਮੈਂਟ ਬਣਨਾ ਹੈ ਤਾਂ ਤੁਸੀਂ ਜੀ ਸਦਕੇ ਬਣ ਸਕਦੇ ਹੋ। ਇਹ ਸਿਸਟਮ ਤੁਹਾਨੂੰ ਬਹੁਤ ਸਾਰੀਆਂ ਉੱਚੀਆਂ ਪਦਵੀਆਂ ਪ੍ਰਦਾਨ ਕਰ ਸਕਦਾ ਹੈ, ਪਰ ਫॉर Jews as a nation we have nothing to offer। ਜੇ ਤੁਸੀਂ ਆਪਣੀ ਕੌਮ ਦੀ ਗੱਲ ਕਰੋਗੇ, ਜੇ ਤੁਸੀਂ ਇਹ ਕਹਿੰਦੇ ਹੋ ਕਿ ਜਿਊਜ਼ ਨੂੰ ਇੱਕ ਕੌਮ ਦੇ ਤੌਰ 'ਤੇ ਕੋਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਸਾਡੇ ਕੋਲ ਤੁਹਾਨੂੰ ਦੇਣ ਲਈ ਕੁਛ ਨਹੀਂ ਹੈ। ਸੋ ਇਹ 1790 ਦਾ ਫਰਾਂਸ ਦਾ ਕਾਨੂੰਨ ਹੈ। ਸੋ ਇਹ ਉਸੇ ਤਹਿਤ ਹੀ ਜੋ ਅੱਜ ਹੈ ਪੰਜਾਬ ਵਿੱਚ ਜਿਹੜੇ ਰਾਜਨੀਤੀਵਾਨ ਵਿਚਰ ਰਹੇ ਹਨ, ਅਸੀਂ ਦੇਖ ਸਕਦੇ ਹਾਂ ਵੀ ਫॉर Sikhs as individuals they have everything to offer but for Sikhs as a nation they have nothing to offer। ਇਹ 1790 ਵਾਲਾ ਕਾਨੂੰਨ ਜੇ ਆਪਾਂ ਕਹੀਏ ਵੀ ਅੱਜ ਆ ਜਿਹੜਾ ਉਹ ਪੰਜਾਬ ਵਿੱਚ ਇਹ ਲੱਗਦਾ ਹੈ ਨਾ। ਸੋ ਇਤਿਹਾਸਕਾਰਾਂ ਨੂੰ ਤੇ ਜੋ ਪੰਜਾਬ ਦੇ ਇਤਿਹਾਸ 'ਤੇ ਜਾਂ ਪੰਜਾਬ ਦੀ ਰਾਜਨੀਤੀ 'ਤੇ ਨਿਗਾਹ ਰੱਖ ਰਹੇ ਹਨ, ਉਹਨਾਂ ਨੂੰ ਇੱਕ ਬੇਨਤੀ ਹੈ ਵੀ ਆਪਾਂ ਇਸ ਪ੍ਰਪੇਖ ਨੂੰ ਖਾਸ ਕਰਕੇ ਜੋ ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਚੱਲਿਆ, ਵੱਖ-ਵੱਖ ਰੂਪਾਂ 'ਚ ਚੱਲਿਆ, ਚਾਹੇ ਉਹ ਪੰਜਾਬੀ ਸੂਬੇ ਦੇ ਮੋਰਚੇ ਲਈ ਸੀ, ਪੰਜਾਬੀ ਬੋਲੀ ਨੂੰ
ਸਤਿਕਾਰਯੋਗ ਥਾਂ ਦਿਵਾਉਣ ਲਈ ਸੀ। ਤੇ ਫਿਰ ਜਦੋਂ ਉਹ ਗੱਲਾਂ ਨਕਾਰੀਆਂ ਗਈਆਂ ਜਾਂ ਉਹਨਾਂ 'ਤੇ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਇਹ ਇੱਕ ਲਗਾਤਾਰ ਇੱਕ ਰਵਾਨਗੀ ਵਿੱਚ ਚੱਲਦਾ ਹੋਇਆ ਫਿਰ ਹਥਿਆਰਬੰਦ ਸੰਘਰਸ਼ ਵਿੱਚ ਵੀ ਪਲਟ ਗਿਆ। ਸੋ ਇਹ ਕੰਟੀਨਿਊਟੀ ਆਫ ਇਵੈਂਟਸ ਸੀ। ਇਹਦੇ ਇਤਿਹਾਸਕ ਪ੍ਰਪੇਖਾਂ ਨੂੰ ਇਸ ਤਰ੍ਹਾਂ ਵੀ ਐਂਥਰੋਪੋਲੋਜੀਕਲ ਢੰਗ ਨਾਲ, ਇਤਿਹਾਸਕ ਢੰਗ ਨਾਲ, ਰਾਜਨੀਤੀ ਦੇ ਵਿਗਿਆਨ ਦੇ ਢੰਗ ਨਾਲ ਇਹਦੇ ਬਹੁਪੱਖੀ ਪਸਾਰ ਨੇ ਜਿਨ੍ਹਾਂ ਨੂੰ ਸਮਝਣਾ ਚਾਹੀਦਾ ਹੈ। ਉਹਨਾਂ ਪਸਾਰਾਂ ਨੂੰ ਸਮਝਣ ਤੋਂ ਬਿਨਾਂ ਅਸੀਂ ਜਸਟ ਇਹ ਹੋਊਗਾ ਵੀ ਜਿਹੜੀਆਂ ਜੜ੍ਹਾਂ ਨਾਲੋਂ ਟੁੱਟੀਆਂ ਹੋਈਆਂ ਟਿੱਪਣੀਆਂ ਨੇ ਉਹ ਕਰਕੇ ਇੱਕ ਤਾਂ ਆਪ ਦੁਖੀ ਹੋਵਾਂਗੇ ਤੇ ਦੂਜਾ ਸਾਨੂੰ ਇਸ ਸੰਦਰਭ ਵਿੱਚ ਕੋਈ ਜਿਹੜੀ ਦਿਸ਼ਾ ਹੈ ਉਹ ਨਹੀਂ ਮਿਲ ਸਕੇਗੀ। ਸੋ ਉਸ ਦਿਸ਼ਾ ਨੂੰ ਇੱਕ ਤਰ੍ਹਾਂ ਨਾਲ ਸਾਹਮਣੇ ਲਿਆਉਣ ਲਈ ਜਿਹੜੇ ਪੜ੍ਹੇ ਲਿਖੇ ਵਿਦਵਾਨ ਨੇ, ਹਾਂ ਇਹ ਹੈਗਾ ਵੀ ਇਹ ਸੰਕਟ ਪੜ੍ਹਿਆਂ ਲਿਖਿਆਂ ਦਾ ਵੀ ਹੈ, ਕਿਉਂਕਿ ਜਿਉਂ-ਜਿਉਂ ਬੰਦਾ ਪੜ੍ਹਦਾ ਜਾਂਦਾ ਉਹਦੇ ਵਿੱਚ ਜਿਹੜਾ ਹੰਕਾਰ ਹੈ, ਜਿਹੜੀ ਈਗੋ ਹੈ ਉਹ ਲਗਾਤਾਰ ਆ ਜਾਂਦੀ ਹੈ। ਸੋ ਜਿਹੜਾ ਖਾਲਸਾ ਜੀ ਦਾ ਕਨਸੈਪਟ ਹੈ, ਇੱਥੇ ਮੈਂ ਪ੍ਰੋਫੈਸਰ ਸਿੰਥੀਆ ਕੈਂਪਲੇ ਮਹਿਮੂਦ ਦਾ ਇੱਕ ਹਵਾਲਾ ਦੇਣਾ ਚਾਹੂੰਗਾ। ਉਹਨਾਂ ਨੇ ਸਿੱਖ ਇਤਿਹਾਸ ਬਾਰੇ ਕਾਫੀ ਕਿਤਾਬਾਂ ਲਿਖੀਆਂ ਨੇ, ਸਿੱਖੀ ਨੂੰ ਉਹ ਬਹੁਤ ਨੇੜੇ ਤੋਂ ਦੇਖ ਰਹੇ ਨੇ। ਉਹਨਾਂ ਦਾ ਕਹਿਣਾ ਵੀ ਜਿਹੜਾ ਖਾਲਸਾ ਪੰਥ ਗੁਰੂ ਸਾਹਿਬ ਨੇ ਸਾਜਿਆ ਸੀ 1699 ਦੀ ਵਿਸਾਖੀ ਨੂੰ, ਉਹਦੀਆਂ ਕੁਝ ਜਿਹੜੀਆਂ ਸ਼ਰਤਾਂ ਸੀ, ਇੱਕ ਤਾਂ ਕੰਪਲੀਟ ਸਰਵਿਸ ਵੀ ਐਨ ਇੱਕ ਤਿਆਗ ਦੀ ਭਾਵਨਾ ਨਾਲ ਸੇਵਾ ਕਰਨੀ, ਦੂਜਾ ਈਗੋਲੈਸ ਡੈਡੀਕੇਸ਼ਨ ਵੀ ਹੰਕਾਰ ਤੋਂ ਬਿਨਾਂ ਪ੍ਰਤੀਬੱਧਤਾ, ਜਿਹੜੀ ਕੌਮ ਨਾਲ ਪ੍ਰਤੀਬੱਧਤਾ, ਖਾਲਸਾ ਪੰਥ ਨਾਲ ਜਿਹੜੀ ਪ੍ਰਤੀਬੱਧਤਾ। ਸੋ ਬੀਬੀ ਜੀ ਨੇ ਮਹਿਸੂਸ ਕੀਤਾ, ਹਾਲਾਂਕਿ ਉਹ ਵੱਖਰੇ ਧਰਮ ਨਾਲ ਤੇ ਵੱਖਰੇ ਭਾਈਚਾਰੇ 'ਚੋਂ ਆਏ ਹੋਏ ਹਨ। ਕੰਪਲੀਟ ਸਰਵਿਸ, ਈਗੋਲੈਸ ਡੈਡੀਕੇਸ਼ਨ ਤੇ ਸਿਰ ਤਲੀ ਤੇ ਧਰ ਕੇ ਜਿਹੜਾ ਹੈ ਵੀ ਵਿਚਰਨ ਦਾ ਢੰਗ ਉਹਨਾਂ ਨੇ ਗੁਰੂ ਸਾਹਿਬ ਦੇ ਹਵਾਲੇ ਦੇ ਕੇ ਗੁਰਬਾਣੀ 'ਚੋਂ ਜਾਂ ਸਿੱਖ ਇਤਿਹਾਸ 'ਚੋਂ ਵੀ ਜਿਹੜੀ ਤਿਆਗ ਦੀ ਭਾਵਨਾ, ਸਿਰ ਤਲੀ ਤੇ ਧਰਨ ਦਾ ਮਤਲਬ ਹੈ ਤਿਆਗ ਦੀ ਭਾਵਨਾ। ਸੋ ਅਸੀਂ ਦੇਖ ਰਹੇ ਹਾਂ ਵੀ ਜਿਸ ਸਿਸਟਮ ਵਿੱਚ ਬੀਬੀ ਬਲਜਿੰਦਰ ਕੌਰ ਜੀ ਜਾਂ ਹੋਰ ਜਿਹੜੇ ਸਾਡੇ ਰਾਜਨੀਤੀਵਾਨ ਨੇ ਉਹ ਵਿਚਰ ਰਹੇ ਹਨ, ਉਹ ਨਾ ਤਾਂ ਕੰਪਲੀਟ ਸਰਵਿਸ ਜਿਹੜੀ ਕਿ ਸਮੁੱਚੀ ਸੇਵਾ ਹੈਗੀ ਆ ਉਹਦੇ ਵੱਲ ਸੇਧਤ ਹੈ, ਨਾ ਈਗੋਲੈਸ ਡੈਡੀਕੇਸ਼ਨ, ਉਹ ਪੈਦਾ ਹੀ ਈਗੋ ਕਰਦਾ ਹੈ। ਇੱਕ ਤਾਂ ਪੜ੍ਹੇ ਲਿਖੇ ਲੋਕ ਨੇ ਜਿਹੜੇ ਉਹਨਾਂ ਵਿੱਚ ਲਗਾਤਾਰ ਜਿਉਂ-ਜਿਉਂ ਪੜ੍ਹੀ ਜਾਂਦੇ ਆ ਉਹਨਾਂ ਵਿੱਚ ਐਰੋਗੈਂਸ ਆ, ਜਿਹੜਾ ਹੰਕਾਰ ਆ ਵਧੀ ਜਾਂਦਾ। ਫਿਰ ਉਹ ਇਹ ਸਮਝਦੇ ਨੇ ਵੀ ਜਿਹੜਾ ਸੱਚ ਸਾਡੇ ਸਾਹਮਣੇ ਹੈ ਉਹ ਕਿਸੇ ਦੇ ਸਾਹਮਣੇ ਨਹੀਂ। ਇਸੇ ਕਰਕੇ ਪੜ੍ਹੇ ਲਿਖੇ ਲੋਕਾਂ ਦਾ ਇੱਕ ਵਰਸ਼ਨ ਇਹ ਆਉਂਦਾ ਹੈ ਵੀ ਜਿਹੜੇ ਆਪਣੀ ਕੌਮ ਦੇ ਹੱਕਾਂ ਹਿੱਤਾਂ ਲਈ ਸੰਘਰਸ਼ ਕਰਦੇ ਨੇ ਉਹ ਗਰੀਬ ਪਰਿਵਾਰਾਂ 'ਚੋਂ ਆਏ ਹੁੰਦੇ ਨੇ ਤੇ ਉਹਨਾਂ ਦਾ ਖਾਸ ਕਰਕੇ ਇਹ ਟੈਕਨੀਕਲ ਆ ਰਿਹਾ ਵੀ ਉਹ ਅਨਪੜ੍ਹ ਹੁੰਦੇ ਨੇ, ਇੱਕ ਤਰ੍ਹਾਂ ਨਾਲ ਅਨਪਲਾਇਮੈਂਟ ਹੋਣ ਕਰਕੇ, ਵਿਹਲੇ ਹੋਣ ਕਰਕੇ ਉਹ ਇਸ ਕਿਸਮ ਦੇ ਸੰਘਰਸ਼ਾਂ ਵੱਲ ਤੁਰ ਪੈਂਦੇ ਨੇ। ਸੋ ਇਹਦਾ ਜਿਹੜੇ ਕੌਮਵਾਦ ਦੇ ਵੱਡੇ ਵਿਦਵਾਨ ਨੇ ਪ੍ਰੋਫੈਸਰ ਐਂਥਨੀ ਸਮਿਥ, ਉਹਨਾਂ ਨੇ ਕੌਮਾਂ ਦੀ ਹੋਂਦ, ਉਤਪਤੀ, ਵਿਕਾਸ ਤੇ ਜਿਹੜੀਆਂ ਕੌਮੀ ਲਹਿਰਾਂ ਚੱਲਦੀਆਂ ਆਪਣੇ ਹੱਕਾਂ ਹਿੱਤਾਂ ਲਈ, ਉਹਨਾਂ ਦਾ ਬਹੁਤ ਵੱਡਾ ਵਿਸ਼ਲੇਸ਼ਣ ਕੀਤਾ। 15-20 ਕਿਤਾਬਾਂ ਉਹਨਾਂ ਦੀਆਂ ਇਸ ਵਿਸ਼ੇ 'ਤੇ ਆਈਆਂ ਨੇ। ਉਹਨਾਂ ਨੇ ਇਸ ਗੱਲ ਦਾ ਜਦੋਂ ਅਧਿਐਨ ਕੀਤਾ, ਜਦੋਂ ਉਹਨਾਂ ਦੇ ਸਾਹਮਣੇ ਵਾਰ-ਵਾਰ ਇਹ ਗੱਲਾਂ ਆਈਆਂ ਤਾਂ ਉਹਨਾਂ ਨੇ ਜਿਹੜੀ ਗੱਲ ਆਖੀ ਹੈ ਉਹ ਪੱਤੇ ਦੀ ਹੈ, ਉਹ ਸਮਝਣ ਵਾਲੀ ਹੈ। ਉਹ ਕਹਿੰਦਾ ਵੀ ਜਿਹੜੇ ਸੋ ਕਾਲਡ ਅਨਪੜ੍ਹ ਜਾਂ ਇਲਿਟਰੇਟ ਲੋਕ ਨੇ, ਵੀ ਉਹ ਜਾਂ ਘੱਟ ਪੜ੍ਹੇ ਲਿਖੇ ਨੇ ਜਾਂ ਗਰੀਬ ਪਰਿਵਾਰਾਂ 'ਚੋਂ ਨੇ, ਉਹ ਆਪਣੀ ਕੌਮ ਦੇ ਹਿੱਤਾਂ ਲਈ ਜਿਹੜੇ ਸੰਘਰਸ਼ ਵਿੱਚ ਸਭ ਤੋਂ ਮੂਹਰੇ ਕਿਉਂ ਹੁੰਦੇ ਨੇ। ਉਹ ਕਹਿੰਦਾ ਵੀ ਜਸਟ ਇਹ ਐਮਪਲੋਇਮੈਂਟ ਵਾਲਾ ਮਸਲਾ ਨਹੀਂ, ਉਹਦੇ ਸਿਧਾਂਤਕ ਪਹਿਲੂ ਨੇ। ਪ੍ਰੋਫੈਸਰ ਐਂਥਨੀ ਸਮਿਥ ਕਹਿੰਦੇ ਵੀ ਦੇ ਆਰ ਦੀ ਮੋਸਟ ਅਨਕਰਪਟਡ ਪੀਪਲ ਆਫ ਦੀ ਵਾਇਸਿਸ ਆਫ ਮਾਡਰਨਿਟੀ, ਵੀ ਆਧੁਨਿਕਤਾ ਨੇ ਜਿਸ ਕਿਸਮ ਦੇ ਵਿਗਾੜ ਜਾਂ ਜਿਸ ਕਿਸਮ ਦੀ ਕਰਪਸ਼ਨ ਸਾਡੇ ਮਨਾਂ ਵਿੱਚ ਪੈਦਾ ਕਰ ਦਿੱਤੀ ਹੈ, ਉਹ ਉਸ ਕਰਪਸ਼ਨ ਤੋਂ ਬਿਲਕੁਲ ਮੁਕਤ ਹੁੰਦੇ ਨੇ, ਸੱਚੇ ਸੁੱਚੇ ਇਨਸਾਨ ਹੁੰਦੇ ਨੇ, ਉਹ ਪਾਕ ਪਵਿੱਤਰ ਲੋਕ ਹੁੰਦੇ ਨੇ। ਉਹਨਾਂ ਲਈ ਆਪਣੀ ਧਰਤੀ, ਆਪਣੇ ਲੋਕ ਤੇ ਆਪਣਾ ਦੀਨ ਧਰਮ ਆ ਜਿਹੜਾ ਉਹ ਸਭ ਤੋਂ ਪ੍ਰਮੁੱਖ ਹੁੰਦਾ ਹੈ। ਬਾਕੀ ਹਰ ਕਿਸਮ ਦੇ ਲਾਲਚਾਂ ਨੂੰ ਉਹ ਤਿਆਗ ਦਿੰਦੇ ਨੇ। ਸੋ ਇੱਕ ਪਾਸੇ ਉਹ ਲੋਕ ਨੇ ਜਿਹੜੇ ਸੱਚੇ ਸੁੱਚੇ, ਜਿਹੜੇ ਡੈਡੀਕੇਟਡ ਨੇ, ਜਿਹੜੇ ਈਗੋਲੈਸ ਨੇ, ਜਿਹੜੇ ਸਰਵਿਸ ਐਂਡ ਸੈਕਰੀਫਾਈਸ ਨੂੰ ਅਪਣਾਏ ਹੋਏ ਹਨ, ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਅਸੀਂ ਚੁਣ ਕੇ ਭੇਜਦੇ ਹਾਂ ਜਿਨ੍ਹਾਂ ਨੂੰ, ਤੇ ਉਹ ਫਿਰ ਕਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਹੰਕਾਰ ਵਿੱਚ ਆ ਜਾਂਦੇ ਨੇ। ਸੋ ਇਸ ਤਰ੍ਹਾਂ ਦੇ ਹੰਕਾਰ ਵਿੱਚ ਆਉਂਦੇ ਨੇ ਕਿ ਉਹ ਆਪਣੇ ਬਾਇਓਲੋਜੀਕਲ ਪਰਿਵਾਰ ਨਾਲੋਂ ਵੀ ਆਪਣਾ ਨਾਤਾ ਤੋੜਦੇ ਨਜ਼ਰ ਆਉਂਦੇ ਨੇ, ਜਿਸ ਤਰ੍ਹਾਂ ਕਿ ਆਪਾਂ ਨੇ ਬੀਬੀ ਜੀ ਦੇ ਬਿਆਨਾਂ ਤੋਂ ਦੇਖਿਆ ਹੈ। ਸੋ ਜਸਟ ਉਹ ਕੌਮ ਨਾਲੋਂ ਹੀ ਨਾਤਾ ਨਹੀਂ ਤੋੜਦੇ, ਬਲਕਿ ਬਾਇਓਲੋਜੀਕਲ ਪਰਿਵਾਰ ਤੋਂ ਵੀ ਨਾਤਾ ਤੋੜ ਲੈਂਦੇ ਹਨ। ਸੋ ਕਿਸੇ ਦੇ ਵੀ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੇ ਵਿਚਾਰਾਂ ਬਾਰੇ ਵੱਖਰੇ ਵਿਚਾਰ ਹੋ ਸਕਦੇ ਹਨ, ਪਰ ਜਿਸ ਸਿਸਟਮ ਵਿੱਚ ਉਹ ਲੋਕ ਰਹਿ ਰਹੇ ਨੇ ਔਰ ਜਿਸ ਕਿਸਮ ਦੀ ਈਗੋ ਨਾਲ ਉਹ ਗੱਲਾਂ ਕਰ ਰਹੇ ਨੇ, ਫਾਈਨਲ ਅਥਾਰਟੀ ਨਾਲ ਉਹ ਜਿਹੜੀਆਂ ਗੱਲਾਂ ਕਰ ਰਹੇ ਨੇ, ਉਹ ਤੋਂ ਸਾਨੂੰ ਸਮਝ ਆਉਂਦਾ ਹੈ
ਵੀ ਉਹ ਸਿਸਟਮ ਸਾਨੂੰ ਕਿਸ ਕਿਸਮ ਦੇ ਕੁਚੱਕਰ ਵਿੱਚ ਪਾ ਰਿਹਾ ਹੈ। ਸੋ ਖਾਸ ਕਰਕੇ ਪੰਥਕ ਹਲਕਿਆਂ ਵਿੱਚ ਵੀ ਇਹ ਲਗਾਤਾਰ ਗੱਲ ਘਰ ਕਰ ਰਹੀ ਹੈ, ਉਹਨਾਂ ਵਿੱਚ ਵੀ ਇਹ ਗੱਲ ਪਣਪ ਰਹੀ ਹੈ। ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਲੈਕਸ਼ਨਾਂ ਲੜਨ ਜਾ ਰਹੀ ਸੀ, ਉਸ ਵੇਲੇ ਬਹੁਤ ਸਾਰੇ ਪੰਥਕ ਦਿੱਖ ਵਾਲੇ ਲੋਕਾਂ ਨੇ ਇਹ ਸਵਾਲ ਉਠਾਏ ਸੀ ਕਿ ਜੇ ਦਿੱਲੀ ਤੋਂ ਆ ਕੇ ਇੱਕ ਬੇਗਾਨਾ ਆਦਮੀ ਪੰਜਾਬ ਨੂੰ ਲਾਮਬੰਦ ਕਰ ਸਕਦਾ ਹੈ ਤਾਂ ਸਿੱਖ ਲੀਡਰਸ਼ਿਪ ਪੰਜਾਬ ਨੂੰ ਲਾਮਬੰਦ ਕਿਉਂ ਨਹੀਂ ਕਰ ਸਕਦੀ। ਸੋ ਹੁਣ ਉਹਨਾਂ ਨੇ ਦੇਖ ਲਿਆ ਹੋਵੇਗਾ ਕਿ ਉਸ ਲਾਮਬੰਦੀ ਚੋਂ ਜਿਹੜੇ ਬੰਦੇ ਜਿੱਤ ਕੇ ਆਏ ਨੇ ਉਹਨਾਂ ਦੀ ਮਾਨਸਿਕਤਾ ਪੰਜਾਬ ਪ੍ਰਤੀ ਕੀ ਹੈ ਜਾਂ ਸਿੱਖਾਂ ਪ੍ਰਤੀ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਇਹ ਸਿਸਟਮ ਹੈ, ਇਹਦੇ 'ਚੋਂ ਸਾਨੂੰ ਉੱਪਰ ਉੱਠ ਕੇ ਖਾਲਸਾ ਜੀ ਦੀਆਂ ਰਵਾਇਤਾਂ ਅਨੁਸਾਰ ਸੱਚੇ ਸੁੱਚੇ ਸੁਹਿਰਦ ਅਤੇ ਸੇਵਾ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਚੋਣ ਕਰਕੇ ਕੁਛ ਨਵੀਆਂ ਲੀਹਾਂ ਅਤੇ ਕੁਛ ਨਵੇਂ ਲਾਂਘੇ ਭੰਨਣੇ ਪੈਣਗੇ, ਤਾਂ ਹੀ ਅਸੀਂ ਪੰਜਾਬ ਦੇ ਭਵਿੱਖ ਲਈ ਕੋਈ ਸਹਿਯੋਗ ਔਰ ਜਿਹੜੀ ਕ੍ਰੀਏਟਿਵ ਐਕਟੀਵਿਟੀ ਆ ਉਹ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। For more news updates and entertainment videos, please subscribe our channel. For all latest notification, don't forget to press the bell icon.